ਜਿਹੜੇ 328 ਬੀੜਾਂ ਦੀ ਗੱਲ ਹੈ ਉਹ ਅਕਾਲ ਤਖਤ ਸਾਹਿਬ ਵੱਲੋਂ ਬਣੇ ਹੋਏ ਪੜਤਾਲੀਆ ਕਮਿਸ਼ਨ ਨੇ ਇਹ ਨੰਬਰ ਕੱਢਿਆ ਕਿਉਂਕਿ ਜਿਹੜੀ ਸ਼੍ਰੋਮਣੀ ਕਮੇਟੀ ਦੀ ਪਹਿਲੀ ਰਿਪੋਰਟ ਸੀ ਉਹਦੇ ਵਿੱਚ 267 ਬੀੜਾਂ ਸੀ ਜਿਹੜੀਆਂ ਕਿ ਘੱਟ ਦੱਸੀਆਂ ਜਾ ਰਹੀਆਂ ਸੀ। ਪਰ ਜਦੋਂ ਪੜਤਾਲੀਆ ਕਮਿਸ਼ਨ ਨੇ ਇਹਦੀ ਸਾਰੀ ਪੜਤਾਲ ਕੀਤੀ ਤੇ ਉਹਨਾਂ ਨੇ ਇਹ ਗਿਣਤੀ 328 ਦੱਸੀ ਤੇ ਜਿਹੜੀ ਉਹਨਾਂ ਨੇ ਰਿਪੋਰਟ ਤਿਆਰ ਕੀਤੀ ਉਹ ਜਥੇਦਾਰ ਅਕਾਲ ਤਖਤ ਨੇ ਉਸੇ ਤਰ੍ਹਾਂ ਇਨ ਬਿਨ ਜਿਹੜੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਔਰ ਐਗਜ਼ੈਕਟਿਵ ਕਮੇਟੀ ਨੂੰ ਭੇਜ ਦਿੱਤੀ ਕਿ ਵੀ ਇਹਨੂੰ ਪੜ੍ਹ ਕੇ ਇਹਦੇ ਉੱਪਰ ਕਾਰਵਾਈ ਕੀਤੀ ਜਾਏ। ਹੁਣ 24 ਅਗਸਤ ਨੂੰ ਜਥੇਦਾਰ ਜੀ ਨੇ ਉਹ ਰਿਪੋਰਟ ਭੇਜੀ ਤੇ 27 ਅਗਸਤ ਨੂੰ ਐਗਜ਼ੈਕਟਿਵ ਦੀ ਮੀਟਿੰਗ ਹੋਈ ਔਰ 3 ਦਿਨਾਂ ਦੇ ਵਿੱਚ ਬਗੈਰ ਉਹ ਰਿਪੋਰਟ ਪੜ੍ਹਿਆ ਇੰਨੇ ਸਖਤ ਐਕਸ਼ਨ ਅਨਾਉਂਸ ਹੋ ਗਏ ਜਿਹੜੇ ਕਿ 1 ਮਹੀਨਾ ਬੀਤ ਗਿਆ ਹਾਲੇ ਤੱਕ ਉਹ ਆਰਡਰ ਇੰਪਲੀਮੈਂਟ ਨਹੀਂ ਹੋਏ, ਜਿਸ ਤੋਂ ਲੱਗਦਾ ਹੈ ਕਿ ਇਹ ਜਿਹੜਾ ਜੋ ਫੈਸਲਾ ਕੀਤਾ ਗਿਆ ਇਹ ਕੋਈ ਬਹੁਤਾ ਡੂੰਘੇ ਸੋਚ ਵਿਚਾਰ ਦੇ ਨਾਲ ਨਹੀਂ ਕੀਤਾ ਗਿਆ ਜਾਂ ਇਹ ਫੈਸਲਾ ਜਿਹੜਾ ਹੈ ਉਹ ਉਹਨਾਂ ਸਹੀ ਨਹੀਂ ਹੈ ਜਿਹੜਾ ਇਹ ਹਾਲੇ ਤੱਕ ਲਾਗੂ ਨਹੀਂ ਹੋਇਆ। ਸੋ ਸਾਡੀ ਇਹ ਡਿਮਾਂਡ ਸੀ, ਅਸੀਂ 15 ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਜਨਰਲ ਹਾਊਸ ਦੇ ਵਿੱਚ ਇਹ ਆਪਣੀ ਡਿਮਾਂਡ ਰੱਖੀ ਹੈ ਕਿ ਜਿਹੜੀ ਪੜਤਾਲੀਆ ਕਮਿਸ਼ਨ ਦੀ ਰਿਪੋਰਟ ਹੈ ਉਹਨੂੰ ਹਰ ਮੈਂਬਰ ਨੂੰ ਭੇਜਿਆ ਜਾਏ। ਜਿਸ ਤਰ੍ਹਾਂ ਅੱਗੇ ਵੀ ਜਿਸ ਤਰ੍ਹਾਂ ਹੁਣ ਪਨਿਆਰੇ ਵੇਲੇ ਵੀ ਇੱਕ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੜਤਾਲੀਆ ਕਮਿਸ਼ਨ ਦੀ ਤਿਆਰ ਹੋਈ ਸੀ ਔਰ ਉਹ ਹਰ ਮੈਂਬਰ ਨੂੰ ਭੇਜੀ ਗਈ ਸੀ, ਇਸੇ ਤਰੀਕੇ ਅਸੀਂ ਕਹਿੰਦੇ ਹਾਂ ਕਿ ਪੜਤਾਲੀਆ ਰਿਪੋਰਟ ਜਿਹੜੀ ਹੈ ਹਰ ਮੈਂਬਰ ਨੂੰ ਭੇਜੀ ਜਾਏ ਔਰ ਇੱਕ ਸਬ ਕਮੇਟੀ ਬਣਾ ਕੇ ਇਸ ਰਿਪੋਰਟ ਨੂੰ ਪੜ੍ਹ ਕੇ ਇਹਨੂੰ ਲਾਗੂ ਕਰਨ ਦੀ ਡਿਊਟੀ ਉਸ ਕਮੇਟੀ ਨੂੰ ਦਿੱਤੀ ਜਾਏ ਤਾਂ ਕਿ ਆਮ ਜਿਹੜੀ ਇੱਕ ਚਰਚਾ 328 ਸਰੂਪਾਂ ਦੀ ਬੀੜਾਂ ਦੀ ਚੱਲ ਰਹੀ ਹੈ ਉਹਨੂੰ ਠੱਲ ਪਾਈ ਜਾ ਸਕੇ ਔਰ ਸਿੱਖ ਕੌਮ ਨੂੰ ਜਵਾਬ ਦਿੱਤਾ ਜਾਵੇ ਜਿਹੜਾ ਉਹ ਸਵਾਲ ਪੁੱਛ ਰਹੇ ਨੇ ਕਿ ਆਖਰ ਇਹ ਬੀੜਾਂ ਕਿੱਥੇ ਗਈਆਂ। ਤੇ ਕੀ ਮੰਨਦੇ ਹੋ ਕਿਉਂ ਨਹੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਮਾਮਲੇ ਨੂੰ ਜਿਹੜਾ ਸੱਚਾਈ ਸਾਹਮਣੇ ਲਿਆਉਂਦੇ ਜੋ ਤੁਹਾਡੀ ਡਿਮਾਂਡ ਉਹ ਕਿਉਂ ਨਹੀਂ ਪੂਰੀ ਕਰ? ਇਹ ਤਾਂ ਪ੍ਰਧਾਨ ਸਾਹਿਬ ਦੱਸ ਸਕਦੇ ਨੇ ਜੀ, ਅਸੀਂ ਤਾਂ ਸਿਰਫ ਹੱਲ ਹੀ ਦਾ ਸੁਝਾਅ ਦੇ ਸਕਦੇ ਹਾਂ ਕਿ ਇਸ ਤਰੀਕੇ ਦੇ ਨਾਲ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ, ਪਰ ਜੋ ਜਿਹਦੇ ਕੋਲ ਪਾਵਰ ਹੈ ਉਹਨੇ ਉਹੀ ਪਾਵਰ ਇਸਤੇਮਾਲ ਕਰਨੀ ਹੈ। ਤੁਸੀਂ ਨਾਲ ਵਿਚਰਦੇ ਹੋ ਕਮੇਟੀ ਦੇ ਵਿੱਚ ਰਹਿ ਕੇ, ਕੀ ਲੱਗਦਾ ਹੈ ਕਿ ਜਿਹੜੇ 328 ਸਰੂਪ ਨੇ ਇਹ ਲਾਪਤਾ ਨੇ ਜਾਂ ਕਿਤੇ ਕਿਸੇ ਦੇ ਘਰ ਵਿੱਚ ਨੇ ਜਾਂ ਕਿਸੇ ਸੰਸਥਾ ਨੂੰ ਭੇਜੇ ਗਏ ਨੇ, ਕਿਵੇਂ ਦੇਖਦੇ ਹੋ? ਇਹ ਜਿੰਨੀ ਨਿੱਜੀ ਪੱਧਰ ਦੇ ਉੱਪਰ ਅਸੀਂ ਪੜਤਾਲ ਕੀਤੀ ਹੈ ਜਾਂ ਗੱਲਬਾਤ ਕੀਤੀ ਹੈ ਉਸ ਤੋਂ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਉਹ ਇੰਝ ਲੱਗਦਾ ਹੈ ਕਿ ਇਹ ਜਿਹੜੀਆਂ ਬੀੜਾਂ ਨੇ ਪੰਜਾਬ ਵਿੱਚ ਨਹੀਂ ਗਈਆਂ। ਇਉਂ ਲੱਗਦਾ ਹੈ ਕਿ ਜਦੋਂ ਇੱਕ ਬੱਸ ਭਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜਾਂ ਦੀ ਜਾਂਦੀ ਹੈ ਪੰਜਾਬ ਤੋਂ ਬਾਹਰ, ਉਹ ਬਕਾਇਦਾ ਜਿੰਨੇ ਆਰਡਰ ਹੁੰਦਾ ਹੈ ਜਿੰਨੀ ਮੰਗ ਹੁੰਦੀ ਹੈ ਉਸ ਮੰਗ ਦੇ ਅਨੁਸਾਰ ਬੀੜਾਂ ਦੀ ਗਿਣਤੀ ਕਰਕੇ ਉਹ ਜਾਂਦੀਆਂ ਹਨ। ਬਕਾਇਦਾ ਦਫ਼ਤਰ ਤੋਂ ਡਿਊਟੀ ਲੱਗਦੀ ਹੈ ਕਿ ਸਟਾਫ ਕਿਹੜਾ ਕਿਹੜਾ ਜਾਏਗਾ। ਅਕਾਊਂਟਸ ਬ੍ਰਾਂਚ ਵਿੱਚ ਇਨਫੋਰਮੇਸ਼ਨ ਜਾਂਦੀ ਹੈ ਕਿ ਕਿੰਨੇ ਅਮਾਊਂਟ ਦੇ ਚੈੱਕ ਜਿਹੜੇ ਭੇਟਾਂ ਵਾਲੇ ਨੇ ਉਹ ਆਣੇ ਨੇ, ਸਾਰੀ ਇਨਫੋਰਮੇਸ਼ਨ ਦੇ ਨਾਲ ਗੱਡੀ ਭੇਜੀ ਜਾਂਦੀ ਹੈ। ਪਰ ਕਈ ਵਾਰ ਸਫ਼ਰ ਲੰਬਾ ਹੁੰਦਾ ਤੇ ਫਿਰ ਇਸ ਤਰ੍ਹਾਂ ਹੁੰਦਾ ਕਿ ਉਹ 20-25 ਬੀੜਾਂ ਐਕਸਟਰਾ ਰੱਖ ਲੈਂਦੇ ਨੇ ਜਿਹੜੀਆਂ ਕਿ ਕਿਸੇ ਹਿਸਾਬ ਕਿਤਾਬ 'ਚ ਨਹੀਂ ਹੁੰਦੀਆਂ। ਇਹ ਐਕਸਟਰਾ ਬੀੜਾਂ ਤਾਂ ਰੱਖੀਆਂ ਜਾਂਦੀਆਂ ਹਨ ਕਿ ਜਦੋਂ ਕਿਸੇ ਗੁਰਦੁਆਰੇ 'ਚ ਰਾਤੀ ਪੜਾਅ ਕੀਤਾ, ਉਸ ਗੁਰਦੁਆਰੇ ਵਿੱਚ ਅਗਰ ਕੋਈ ਲੋਕਲ ਸੰਗਤ ਵਿੱਚੋਂ ਆ ਜਾਏ ਜਾਂ ਗੁਰਦੁਆਰੇ 'ਚੋਂ ਕੋਈ ਆ ਜਾਏ ਵੀ ਪਤਾ ਲੱਗਿਆ ਬੱਸ ਆਈ ਹੈ ਗੁਰੂ ਗ੍ਰੰਥ ਸਾਹਿਬ ਦੀ ਬੀੜਾਂ ਦੀ ਵੀ ਸਾਨੂੰ ਚਾਹੀਦੀ ਹੈ, ਤੇ ਉਸ ਵਕਤ ਨਾ ਨਹੀਂ ਕੀਤੀ ਜਾ ਸਕਦੀ ਕਿ ਅਗਲੇ ਨੂੰ ਦਿਸ ਰਿਹਾ ਵੀ ਬੱਸ ਭਰੀ ਹੋਈ ਹੈ, ਅਗਲੇ ਨੂੰ ਇਹ ਨਹੀਂ ਪਤਾ ਕਿ ਇਹ ਗਿਣਤੀ ਹੋਈ ਹੈ, ਇਹਦੇ ਬਕਾਇਦਾ ਆਰਡਰ ਹਨ। ਤੇ ਇਸ ਲਈ ਉਹ ਬੀੜਾਂ ਜਿਹੜੀਆਂ ਉਸ ਵਕਤ ਉੱਥੇ ਦੇ ਦਿੱਤੀਆਂ ਜਾਂਦੀਆਂ ਔਰ ਜਦੋਂ ਉਹ ਗੱਡੀ ਵਾਪਸ ਆਉਂਦੀ ਹੈ ਤੇ ਵਾਪਸ ਉਹ ਸਾਰੀਆਂ ਬੀੜਾਂ ਦਾ ਹਿਸਾਬ ਦਿੰਦੀ ਹੈ ਵੀ ਇਸ ਜਗ੍ਹਾ 'ਤੇ ਇੰਨੀਆਂ ਬੀੜਾਂ ਗਈਆਂ ਤੇ ਭੇਟਾਂ ਦਾ ਹਿਸਾਬ ਹੁੰਦਾ। ਪਰ ਇਹ ਚੈੱਕ ਕਰਨ ਵਾਲਾ ਹੈ ਕਿ ਇਹ ਰਿਕਾਰਡ ਦੇ ਵਿੱਚ ਮੌਜੂਦ ਹੈ ਜਾਂ ਨਹੀਂ ਹੈ, ਤੇ ਜੇ ਇਹ ਰਿਕਾਰਡ ਦੇ ਵਿੱਚ ਮੌਜੂਦ ਨਹੀਂ ਹੈ ਤੇ ਫਿਰ ਇਹ ਜਾਪਦਾ ਸ਼ਾਇਦ ਗੜਬੜ ਇੱਥੋਂ ਹੋਈ ਹੈ। ਕੀ ਲੱਗਦਾ ਤੁਹਾਨੂੰ ਕਿੱਥੇ ਗਏ ਹੋਣਗੇ ਸਰੂਪ? ਤੁਹਾਡੇ ਕੋਲ ਤੇ ਸੂਚਨਾਵਾਂ ਵੱਧ ਮਿਲ ਜਾਂਦੀਆਂ। ਗਏ ਤਾਂ ਦੇਖੋ ਗਏ ਉੱਥੇ ਹੀ ਹਨ ਜੋ ਹੁਣ ਤੱਕ ਜਾਪਦਾ। ਅਸੀਂ ਜਦੋਂ ਸਾਨੂੰ ਪਤਾ ਹੀ ਨਹੀਂ ਕਿੱਥੇ ਗਏ ਤਾਂ ਅਸੀਂ ਕੀ ਕਹਿ ਸਕਦੇ ਹਾਂ, ਪਰ ਅਸੀਂ ਇਹੀ ਆਸ ਕਰਦੇ ਹਾਂ ਕਿ ਉਹਨਾਂ ਘਰਾਂ ਵਿੱਚ ਜਾਂ ਉਹਨਾਂ ਗੁਰਦੁਆਰਿਆਂ ਵਿੱਚ ਗਏ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਸੀ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਕਿ ਨਾਗਪੁਰ ਜੋ ਹੈੱਡਕੁਆਟਰ ਹੈ RSS ਦਾ, ਇਹ ਸਰੂਪ ਉੱਥੇ ਭੇਜੇ ਗਏ ਨੇ ਗੁਰਬਾਣੀ ਦੇ ਵਿੱਚ ਤੋੜ ਮੋੜ ਕਰਨ ਲਈ ਜਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੀ ਇੱਕ ਕਹਿ ਲਿਆ ਜਾਵੇ ਕਿ ਵਿਗਿਆਨਿਕ ਸੰਦੇਸ਼ ਹੈ ਸਾਡੇ ਗੁਰੂ ਸਾਹਿਬਾਨ, ਉਹਦੇ ਵਿੱਚ ਜਿਹੜਾ ਫੇਰ ਬਦਲ ਕਰਨ ਲਈ ਸ਼ਾਸਤਰੀ ਤਰੀਕੇ ਨਾਲ ਉੱਥੇ ਭੇਜੇ ਗਏ।
ਮੈਨੂੰ ਹੈਰਾਨੀ ਹੈ, ਇਹ ਸ਼ੇਰਾਂ ਦੀ ਕੌਮ ਹੈ, ਕਿਹੜੇ ਕਾ ਪਾਸੇ ਪੈ ਗਈ ਹੈ। ਕਿਹਦੇ 'ਚ ਜ਼ਰੂਰਤ ਹੈ ਕਿ ਬਾਣੀ ਦੇ ਵਿੱਚ ਕੋਈ ਤਬਦੀਲੀ ਕਰ ਦੇਵੇ। ਕੱਲੀਆਂ ਜੇ ਇੱਕ ਦੋ ਬੀੜਾਂ ਜੇ ਚਲੀਆਂ ਵੀ ਜਾਂਦੀਆਂ ਇਹੋ ਜਿਹੇ ਸਥਾਨਾਂ 'ਤੇ ਜਿਹੜੇ ਕਿ ਗੁਰੂ ਨੂੰ ਮੰਨਣ ਵਾਲੇ ਨਹੀਂ ਹਨ, ਕੀ ਸਾਡੇ ਕੋਲ ਬੀੜਾਂ ਨਹੀਂ ਹੈ? ਸਾਨੂੰ ਨਹੀਂ ਪਤਾ ਗੁਰਬਾਣੀ ਕੀ ਹੈ। ਔਰ ਦੂਸਰੀ ਗੱਲ ਕਿ ਤੁਸੀਂ ਦੇਖੋ ਟੈਕਨੋਲੋਜੀ ਦਾ ਜ਼ਮਾਨਾ ਹੈ, ਤੁਸੀਂ ਇੰਟਰਨੈਟ 'ਤੇ ਜਾ ਕੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੂਰੀ ਡਾਊਨਲੋਡ ਕਰ ਸਕਦੇ ਹੋ। ਉਹਦੇ ਵਾਸਤੇ ਜਿਹੜੀਆਂ ਸਿੱਖ ਵਿਰੋਧੀ ਤਾਕਤਾਂ ਹਨ ਉਹਨਾਂ ਨੂੰ ਕੀ ਜ਼ਰੂਰਤ ਪਈ ਹੈ ਕਿ ਸਪੈਸ਼ਲੀ ਸਾਡੇ ਕੋਲ ਹੀ ਬੀੜ ਮੰਗਾਣਗੇ। ਸੋ ਇਹ ਜਿਹੜੀ ਇੱਕ ਮੈਂਟੈਲਿਟੀ ਹੈ, ਸਿੱਖਾਂ ਨੂੰ ਇਹਦੇ ਚੋਂ ਉੱਭਰਨਾ ਪਏਗਾ, ਨਿਕਲਣਾ ਪਏਗਾ। ਤੁਸੀਂ ਬਤੌਰ ਮੈਂਬਰ ਆਫ ਐਸਟੀਪੀਸੀ ਜਦੋਂ ਤੁਸੀਂ ਪ੍ਰਧਾਨ ਸਾਹਿਬ ਨੂੰ ਇਜਲਾਸ ਦੇ ਵਿੱਚ ਜਾਂ ਜਦੋਂ ਮੀਟਿੰਗਾਂ ਹੁੰਦੀਆਂ ਨੇ ਜਵਾਬ ਮੰਗਦੇ ਹੋ, ਤੁਹਾਡੇ ਕੋਲੋਂ ਮਾਈਕ ਵੀ ਖੋਇਆ ਜਾਂਦਾ ਔਰ ਚੁੱਪ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। 2-3 ਵਾਰੀ ਵਾਪਰ ਚੁੱਕਾ। ਕਿਵੇਂ ਵੇਖਦੇ ਹੋ, ਕੌਣ ਲੋਕ ਕਾਬਜ਼ ਨੇ ਕਮੇਟੀ ਦੇ ਉੱਤੇ? ਸ਼੍ਰੋਮਣੀ ਕਮੇਟੀ ਦਾ ਜਿਹੜਾ ਜਨਰਲ ਹਾਊਸ ਹੈ ਉਹ ਅਜਿਹਾ ਸਥਾਨ ਹੈ ਜਿੱਥੇ ਕਿ ਸਿੱਖਾਂ ਵੱਲੋਂ ਅਸੀਂ ਚੁਣੇ ਹੋਏ ਨੁਮਾਇੰਦੇ ਸ਼੍ਰੋਮਣੀ ਕਮੇਟੀ ਮੈਂਬਰ ਆਪਣੀ ਰਾਏ ਵੀ ਰੱਖਾਂਗੇ ਔਰ ਜੋ ਸਿੱਖ ਕੌਮ ਦੀ ਤਰਜਮਾਨੀ ਹੈ ਭਾਵਨਾਵਾਂ ਦੀ ਉਹ ਵੀ ਅਸੀਂ ਕਰਨੀ ਹੈ। ਸੋ ਕਿਸੇ ਵੀ ਮੈਂਬਰ ਨੂੰ ਬੋਲਣ ਤੋਂ ਰੋਕਣਾ ਗਲਤ ਹੈ ਔਰ ਜਿਹੜੇ ਰੋਕਦੇ ਨੇ ਉਹ ਧੱਕੇਸ਼ਾਹੀ ਕਰਦੇ ਹੈਗੇ ਔਰ ਇਸ ਚੀਜ਼ ਦਾ ਵਿਰੋਧ ਹੋਣਾ ਚਾਹੀਦਾ ਹੈ। ਤੁਸੀਂ ਮੰਨਦੇ ਹੋ ਕਿ ਸ਼੍ਰੋਮਣੀ ਕਮੇਟੀ ਦਾ ਵੀ ਰਾਸ਼ਟਰੀਕਰਨ ਹੋ ਚੁੱਕਾ, ਜੋ ਰਾਸ਼ਟਰੀ ਲੀਡਰ ਨੇ ਇਸ ਵੇਲੇ ਅਗਵਾਈ ਕਰਦੇ ਪਏ ਨੇ ਸਿਆਸਤ ਦੇ ਤੌਰ 'ਤੇ ਪੰਜਾਬ 'ਚ, ਉਹਨਾਂ ਦੇ ਹੱਥਾਂ 'ਚ ਪ੍ਰਬੰਧ ਇਸ ਕਰਕੇ ਜੋ ਤੁਹਾਡੇ ਵਰਗੇ ਲੋਕ ਸੱਚ ਬੋਲਦੇ ਨੇ ਉਹਨਾਂ ਦੀ ਆਵਾਜ਼ ਨਹੀਂ ਇਹਨਾਂ ਲੋਕਾਂ ਦੇ ਜ਼ਰੀਏ ਦਬਾਇਆ ਜਾਂਦਾ? ਦੇਖੋ ਸ਼੍ਰੋਮਣੀ ਕਮੇਟੀ ਦਾ ਇੱਕ ਆਪਣਾ ਏਜੰਡਾ ਹੈ, ਉਸ ਏਜੰਡੇ ਦੇ ਉੱਪਰ ਕਾਇਮ ਰਹਿਣਾ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਕੰਮ ਹੈ ਔਰ ਤਾਂ ਕਿ ਉਹ ਆਪਣੀ ਟੀਮ ਤੋਂ ਇਹ ਕੰਮ ਲੈ ਸਕੇ। ਜਦੋਂ ਪ੍ਰਧਾਨ ਆਪਣੇ ਜ਼ਿੰਮੇਵਾਰੀਆਂ ਵਿੱਚ ਫੇਲ ਹੋ ਜਾਵੇ ਤਾਂ ਫਿਰ ਤਰ੍ਹਾਂ ਤਰ੍ਹਾਂ ਦੇ ਖਦਸ਼ੇ, ਤਰ੍ਹਾਂ ਤਰ੍ਹਾਂ ਦੇ ਸ਼ੰਕੇ ਪ੍ਰਗਟਾਏ ਜਾਂਦੇ ਤੇ ਇਹਨਾਂ ਬਾਰੇ ਮੈਂ ਕੀ ਕਮੈਂਟ ਕਰ ਸਕਦੀ ਹਾਂ। ਇਜਲਾਸ ਦੇ ਵਿੱਚ ਵੀਡੀਓ ਵਾਇਰਲ ਹੋ ਰਹੀ ਹੈ ਜੀ ਤੁਹਾਡੀ, ਉਹ ਕੀ ਬਾਤ ਹੈ? ਕੀ ਹੋਇਆ ਸੀ? ਮੈਂ ਦਰਅਸਲ ਪਿਛਲੀ ਵਾਰ ਦਾ ਵੀ ਕੁਛ ਮੈਨੂੰ ਯਾਦ ਸੀ, ਜਦ ਬੋਲਣ ਲੱਗਿਆ ਮੇਰੇ ਕੋਲ ਮਾਈਕ ਖੋਇਆ ਗਿਆ ਤੇ ਉਸ ਵਕਤ ਇਸ ਵਕਤ ਵੀ ਜਦ ਮੈਨੂੰ ਹਾਊਸ ਵਿੱਚ ਟਾਈਮ ਦਿੱਤਾ ਗਿਆ ਆਪਣੇ ਵਿਚਾਰ ਰੱਖਣ ਲਈ, ਕਿਉਂਕਿ ਇਹ ਵੀ ਉਸ ਵੇਲੇ ਮੈਂ ਖੜੇ ਹੋ ਕੇ ਇਹ ਗੱਲ ਕਹੀ ਕਿ 2 ਪੁਆਇੰਟ ਮੈਂ ਰੱਖਣਾ ਚਾਹੁੰਦੀ ਸੀ ਕਿ 2-4 ਮਿੰਟਾਂ ਵਿੱਚ ਹੀ ਸਮਾਪਤੀ ਕਰ ਦਿਆਂਗੀ ਕਿਉਂਕਿ ਜ਼ਿਆਦਾ ਗੱਲ ਕਰਨ ਦਾ ਉੱਥੇ ਕੋਈ ਮਕਸਦ ਨਹੀਂ ਸੀ। ਪਰ ਜਿਉਂ ਹੀ ਮੈਂ ਆਪਣੀ ਗੱਲ ਸ਼ੁਰੂ ਕੀਤੀ ਤੇ ਇਹ ਗੱਲ ਕਹੀ ਹੈ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀਆਂ 228 ਬੀੜਾਂ ਦਾ ਅਸੀਂ ਸਹੀ ਤਰੀਕੇ ਦੇ ਨਾਲ ਇਹ ਮਸਲਾ ਹੈਂਡਲ ਨਹੀਂ ਕੀਤਾ ਤੇ ਸਾਡੀ ਕੌਮ ਦੇ ਵਿੱਚ ਬਦਨਾਮੀ ਹੋਈ ਹੈ, ਸਾਡਾ ਸਿਰ ਨੀਵਾਂ ਹੋਇਆ। ਤੇ ਉਸ ਵਕਤ ਇੱਕਦਮ ਇੱਕ ਮੈਂਬਰ ਉੱਠ ਕੇ ਇੱਥੇ ਇਤਰਾਜ਼ ਕਰਨ ਲੱਗ ਪਿਆ, ਕਿੱਥੇ ਸਿਰ ਨੀਵਾਂ ਹੋਇਆ ਜੀ, ਕਿਉਂ ਜੀ, ਕੀ ਬੋਲੀ ਜਾਂਦੀ। ਮਤਲਬ ਇਹੋ ਜਿਹੀਆਂ ਗੱਲਾਂ ਮੈਨੂੰ ਸੁਣੀਆਂ ਤੇ ਫਿਰ ਮੈਨੂੰ ਮਹਿਸੂਸ ਹੋਇਆ ਕਿ ਸਾਨੂੰ ਜੇ ਅਸੀਂ ਗੁਰੂ ਦੀ ਹਜ਼ੂਰੀ ਵਿੱਚ ਇਸ ਸਥਾਨ ਦੇ ਉੱਪਰ ਆ ਕੇ ਜੇ ਸੱਚ ਨਹੀਂ ਕਬੂਲਣਾ, ਅਸੀਂ ਮਸਲੇ ਦਾ ਹੱਲ ਕਿਵੇਂ ਕਰਾਂਗੇ। ਇਹ ਸਾਨੂੰ ਮੰਨਣਾ ਪਏਗਾ ਕਿ ਜੋ ਸਾਡੇ ਕੋਲ ਗਲਤੀ ਹੋਈ ਹੈ ਤੇ ਗਲਤੀ ਤਾਂ ਹੀ ਸੁਧਰੇਗੀ ਨਾ ਜੇ ਅਸੀਂ ਮੰਨ ਕੇ ਤੇ ਉਹਦਾ ਹੱਲ ਲੱਭਾਂਗੇ। ਇਸ ਗੱਲ ਨੂੰ ਦਬਾਉਣ ਦਾ ਤਾਂ ਜਾਂ ਆਪਣੀ ਫੋਕੀ ਵਾਹ ਕਰਨ ਦੇ ਨਾਲ ਮਸਲਾ ਹੱਲ ਨਹੀਂ ਹੋਣਾ। ਸੋ ਇੱਕ ਮੇਰੀ ਆਵਾਜ਼ ਜਿਹੜੀ ਦਬਾਉਣ ਦੀ ਕੋਸ਼ਿਸ਼ ਸੀ, ਪਰ ਤੁਸੀਂ ਇਹ ਦੇਖੋ ਦੂਜੇ ਪਾਸੇ ਉਹ ਵੀ ਮੈਂਬਰ ਸੀ ਜੋ ਉਹਨੂੰ ਰੋਕ ਰਹੇ ਸੀ, ਜੋ ਮੇਰੀ ਆਵਾਜ਼ ਦੇ ਵਿੱਚ ਆਵਾਜ਼ ਮਿਲਾ ਕੇ ਮੇਰਾ ਸਾਥ ਦੇ ਰਹੇ ਸੀ। ਉਹ ਵੀ ਦੇਖੋ। ਇਹ ਵੀ ਕਿਹਾ ਜਾ ਰਿਹਾ, ਲੋਕਾਂ ਦਾ ਵੀ ਸ਼ੱਕ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਜੋ ਬਾਦਲ ਪਰਿਵਾਰ ਹੈ ਉਹਦਾ ਕਬਜ਼ਾ ਹੈ ਸ਼੍ਰੋਮਣੀ ਕਮੇਟੀ ਦੇ ਉੱਪਰ, ਤੇ ਅਗਰ ਜੇ ਜਾਂਚ ਹੁੰਦੀ ਹੈ ਤਾਂ ਇਹ ਜਿਹੜਾ ਸਮੁੱਚਾ ਸਰੂਪ ਜਿਹੜੇ ਪ੍ਰਾਪਤ ਹੋਏ ਨੇ ਇਹ ਜਾਂਚ ਬਾਦਲ ਪਿੰਡ ਤੱਕ ਜਾਏਗੀ ਔਰ ਬਾਦਲਾਂ ਦੀ ਮਿਲੀ ਭੁਗਤ ਦੇ ਨਾਲ ਜਿਹੜੇ ਇਹ ਸਰੂਪ ਜਿਹੜੇ ਗਾਇਬ ਕੀਤੇ ਗਏ ਨੇ, ਤਾਂ ਕਰਕੇ ਜਾਂਚ ਅੱਗੇ ਨਹੀਂ ਤੁਰੀ ਜਾ ਰਹੀ। ਦੇਖੋ ਇੱਕ ਗੱਲ ਹੈਗੀ ਹੈ ਕਿ ਜੇ ਮੰਨ ਲਿਆ ਕਿ ਬਾਦਲ ਪਰਿਵਾਰ ਨੇ ਕਿਹਾ ਜੀ ਫਲਾਣੇ ਬੰਦੇ ਨੂੰ ਫਲਾਣੇ ਡੇਰੇ ਨੂੰ ਦੇਣੀਆਂ ਬੀੜਾਂ, ਗੱਲ ਤਾਂ ਇਹ ਹੈ ਕਿ ਜਿਹੜਾ ਉੱਥੇ ਬੈਠਾ ਮੁਲਾਜ਼ਮ ਦਫ਼ਤਰ ਵਿੱਚ ਹੈ ਉਹਨੇ ਆਪਣੇ ਰਿਕਾਰਡ 'ਤੇ ਕਿਉਂ ਨਹੀਂ ਇਹਨੂੰ ਲਿਆਂਦਾ? ਜਦ ਉਹਨੂੰ ਪਤਾ ਹੈ ਕਿ ਉਹਦੀ ਜਵਾਬਦੇਹੀ ਹੈ, ਉਹਦੀ ਜ਼ਿੰਮੇਵਾਰੀ ਹੈ, ਉਹਨੇ ਇਹਨੂੰ ਰਿਕਾਰਡ 'ਤੇ ਕਿਉਂ ਨਹੀਂ ਲਿਆਂਦਾ? ਸੋ ਇਹ ਮਹਿਜ਼ ਅੰਦਾਜ਼ੇ ਖਦਸ਼ੇ ਹਨ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਹੈ, ਕਿਉਂਕਿ ਜਦ ਤੱਕ ਹਕੀਕਤ ਸਾਹਮਣੇ ਨਹੀਂ ਆਉਂਦੀ ਅਸੀਂ ਕਿਸੇ ਦੇ ਉੱਪਰ ਵੀ ਦੋਸ਼ ਲਾਈਏ ਸਹੀ ਨਹੀਂ ਹੈ। ਬਹੁਤ ਸਾਰੀਆਂ ਜਥੇਬੰਦੀਆਂ ਅਜੇ ਵੀ ਧਰਨੇ ਲਾ ਕੇ ਬੈਠੀਆਂ ਹੋਈਆਂ ਨੇ ਜੀ, ਉੱਥੇ ਕੀ ਕਹਿਣਾ ਚਾਹੁੰਦੇ ਹੋ? ਇਹਨਾਂ ਜਥੇਬੰਦੀਆਂ ਦਾ ਧਰਨਾ ਲਾਣਾ ਜਾਇਜ਼ ਨਹੀਂ, ਕਿਉਂਕਿ ਜੇ ਤਾਂ ਹੋਵੇ ਨਾ ਕਿ ਸ਼੍ਰੋਮਣੀ ਕਮੇਟੀ ਮੈਂਬਰ ਇਹਦੀ ਪੈਰਵੀ ਨਹੀਂ ਕਰ ਰਹੇ, ਕੇਸ ਦੀ ਕੋਈ ਵੀ ਨਹੀਂ ਕਰ ਰਿਹਾ, ਤੇ ਉਹਨਾਂ ਦਾ ਹੱਕ ਬਣਦਾ ਆ ਕੇ ਪੈਰਵੀ ਕਰਨ। ਪਰ ਜਦੋਂ ਅਸੀਂ 15 ਮੈਂਬਰ ਵਿੱਚ ਬੈਠੇ ਇਸ ਮੁੱਦੇ ਦੀ ਪੈਰਵੀ ਕਰ ਰਹੇ ਹਾਂ ਤੇ ਫਿਰ ਉਹਨਾਂ ਨੂੰ ਇੱਕ ਵੱਖਰੀ ਤਰ੍ਹਾਂ ਦੇ ਨਾਲ ਤੁਰਨ ਦੀ, ਇੱਕ ਵੱਖਰਾ ਧਰਨਾ ਲਾਉਣ ਦੀ ਕੀ ਲੋੜ ਹੈ?
ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।